बुला रहा, यीशु बुला रहा, तेरा नाम ले लेकर तुझे यीशु बुला रहा। क्या पाएगा तू जीत कर इस दुनिया को, क्या लाभ होगा खोकर आत्मा को। तू आजा यीशु के पास, तुझे यीशु बुला रहा। तू आजा यीशु के पास, तुझे यीशु बुला रहा। यीशु बुला रहा, यीशु बुला रहा, तेरा नाम ले लेकर तुझे यीशु बुला रहा। तेरा नाम ले लेकर तुझे यीशु बुला रहा। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵੀ ਪਿਆਰੇ ਭੈਣੋ ਤੇ ਭਰਾਓ, ਅੱਜ ਦੇ ਵਚਨ ਦੇ ਅਨੁਸਾਰ ਅਸੀਂ ਸੁਣਾਂਗੇ ਕਿ ਖੁਦਾ ਦੇ ਨਾਂ ਤੇ ਕੀਤਾ ਗਿਆ ਕੋਈ ਵੀ ਕੰਮ ਸਾਡੇ ਲਈ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਹੈ। ਅੱਜ ਦਾ ਇਹ ਦਿਨ ਜੋ ਖੁਦਾ ਨੇ ਸਾਡੇ ਜੀਵਨ ਵਿੱਚ ਜੋੜਿਆ, ਅਸੀਂ ਖੁਦਾ ਦਾ ਧੰਨਵਾਦ ਕਰੀਏ ਤੇ ਨਾਲ ਹੀ ਇਸ ਦਿਨ ਨੂੰ ਆਪਣੇ ਸਾਰੇ ਕੰਮਾਂ ਕਾਰਾਂ ਨੂੰ, ਸਾਰੀਆਂ ਗਤੀਵਿਧੀਆਂ, ਆਪਣੇ ਸੋਚਾਂ ਵਿਚਾਰਾਂ ਨੂੰ ਪ੍ਰਭੂ ਦੇ ਨਾਮ ਉੱਤੇ ਸ਼ੁਰੂ ਕਰੀਏ, ਤਾਂ ਜੋ ਹਰ ਕੰਮ ਵਿੱਚ ਅਤੇ ਇਸ ਪੂਰੇ ਦਿਨ ਦੇ ਦੌਰਾਨ ਪ੍ਰਭੂ ਸਾਡੇ ਨਾਲ ਰਹੇ, ਸਾਡੀ ਅਗਵਾਈ ਕਰੇ, ਸ਼ੈਤਾਨੀ ਤਾਕਤਾਂ ਹਮੇਸ਼ਾ ਤੋਂ ਸਾਨੂੰ ਬਚਾ ਕੇ ਰੱਖੇ। ਆਓ ਅਸੀਂ ਇਹਨਾਂ ਪਵਿੱਤਰ ਭੇਦਾਂ ਨੂੰ ਯੋਗ ਢੰਗ ਨਾਲ ਮਨਾਉਣ ਲਈ ਆਪਣੇ ਆਪ ਦੀ ਤਿਆਰੀ ਕਰੀਏ, ਤਾਂ ਜੋ ਅਸੀਂ ਸਹੀ ਅਤੇ ਯੋਗ ਢੰਗ ਦੇ ਨਾਲ ਇਹਨਾਂ ਪਵਿੱਤਰ ਭੇਦਾਂ ਨੂੰ ਮਨਾਉਂਦੇ ਹੋਏ ਖੁਦਾ ਦੀਆਂ ਬਰਕਤਾਂ ਹਾਸਲ ਕਰ ਸਕੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਤੂੰ ਸਵਰਗ ਅਤੇ ਧਰਤੀ ਉੱਤੇ ਰਾਜ ਕਰਦਾ ਹੈ। ਮਿਹਰ ਨਾਲ ਸਾਡੀ ਦੁਆ ਸੁਣ ਤੇ ਕਬੂਲ ਕਰ ਅਤੇ ਸਾਡੇ ਸਮੇਂ ਨੂੰ ਆਪਣੀ ਸ਼ਾਂਤੀ ਵਿੱਚ ਠਹਿਰਾ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ, ਤਾਂ ਯੋਗ ਢੰਗ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ। ਆਮੀਨ। ਪਾਠ ਪਹਿਲਾ।
ਸੈਮੂਅਲ ਦੀ ਪਹਿਲੀ ਪੁਸਤਕ ਵਿੱਚੋਂ 17 ਬਾਬ 32 ਤੋਂ 33, 37 ਆਇਤ 40 ਤੋਂ 51। ਦਾਊਦ ਨੇ ਸਾਊਲ ਨੂੰ ਕਿਹਾ, ਮਹਾਰਾਜ, ਸਾਡੇ ਵਿੱਚੋਂ ਕਿਸ ਨੂੰ ਡਰਨਾ ਨਹੀਂ ਚਾਹੀਦਾ ਹੈ। ਮੈਂ ਜਾ ਕੇ ਉਸ ਫਲਿਸਤੀ ਨਾਲ ਲੜਾਂਗਾ। ਸਾਊਲ ਨੇ ਉੱਤਰ ਦਿੱਤਾ, ਨਹੀਂ, ਤੂੰ ਉਸ ਨਾਲ ਮੁਕਾਬਲਾ ਨਹੀਂ ਕਰ ਸਕਦਾ। ਤੂੰ ਕੇਵਲ ਅਜੇ ਬਾਲਕਪਨ ਵਿੱਚ ਹੈ ਅਤੇ ਉਸ ਨੂੰ ਆਪਣੇ ਜੀਵਨ ਭਰ ਦਾ ਲੜਾਈ ਦਾ ਅਨੁਭਵ ਹੈ। ਦਾਊਦ ਨੇ ਉੱਤਰ ਦਿੱਤਾ, ਜਿਸ ਪ੍ਰਭੂ ਨੇ ਅੱਜ ਤੱਕ ਮੈਨੂੰ ਸ਼ੇਰਾਂ ਅਤੇ ਭਾਲੂਆਂ ਦੇ ਪੰਜਿਆਂ ਤੋਂ ਬਚਾਇਆ ਹੈ, ਉਹੀ ਮੈਨੂੰ ਇਸ ਫਲਿਸਤੀ ਤੋਂ ਵੀ ਬਚਾਵੇਗਾ। ਸਾਊਲ ਨੇ ਉੱਤਰ ਦਿੱਤਾ, ਠੀਕ ਹੈ, ਜਾ, ਪ੍ਰਭੂ ਤੇਰੇ ਨਾਲ ਹੋਵੇ। ਫਿਰ ਉਸਨੇ ਆਪਣੇ ਹੱਥ ਵਿੱਚ ਕੇਵਲ ਆਪਣੀ ਆਜੜੀ ਵਾਲੀ ਲਾਠੀ ਅਤੇ ਆਪਣੇ ਝੋਲੇ ਵਿੱਚ 5 ਚਿਕਣੇ ਵੱਟੇ ਖੜ ਵਿੱਚ ਚੁਣ ਕੇ ਰੱਖ ਲਏ ਅਤੇ ਆਪਣਾ ਗੋਪੀਆ ਹੱਥ ਵਿੱਚ ਫੜ ਕੇ ਉਸ ਫਲਿਸਤੀ ਵੱਲ ਤੁਰ ਪਿਆ। ਤਦ ਫਲਿਸਤੀ ਗੋਲੀਅਤ ਦਾਊਦ ਦੀ ਵੱਲ ਚੱਲ ਪਿਆ। ਉਸ ਦਾ ਢਾਲ ਚੁੱਕਣ ਵਾਲਾ ਉਸ ਦੇ ਅੱਗੇ ਅੱਗੇ ਚੱਲ ਰਿਹਾ ਸੀ। ਉਹ ਦਾਊਦ ਦੇ ਲਾਗੇ ਪਹੁੰਚ ਗਿਆ। ਫਲਿਸਤੀ ਨੇ ਦਾਊਦ ਨੂੰ ਦੇਖ ਕੇ ਘ੍ਰਿਣਾ ਕੀਤੀ, ਕਿਉਂਕਿ ਉਹ ਕੇਵਲ ਇੱਕ ਛੋਕਰਾ ਹੀ ਸੀ ਅਤੇ ਦੇਖਣ ਵਿੱਚ ਸੁੰਦਰ ਅਤੇ ਚੰਗਾ ਸੀ। ਉਸ ਨੇ ਦਾਊਦ ਨੂੰ ਕਿਹਾ, ਤੂੰ ਹੱਥ ਵਿੱਚ ਡੰਡਾ ਫੜੀ ਮੇਰੇ ਵੱਲ ਆਇਆ ਹੈ ਕਿ ਮੈਂ ਕੋਈ ਕੁੱਤਾ ਹਾਂ? ਤਦ ਉਸ ਨੇ ਆਪਣੇ ਦੇਵਤੇ ਦਾ ਨਾਂ ਲੈ ਕੇ ਦਾਊਦ ਨੂੰ ਸਰਾਪ ਦਿੱਤਾ ਅਤੇ ਉਸ ਨੇ ਦਾਊਦ ਨੂੰ ਕਿਹਾ, ਤੂੰ ਅੱਗੇ ਵਧ, ਅੱਜ ਮੈਂ ਤੇਰਾ ਮਾਸ ਪੰਛੀਆਂ ਅਤੇ ਜਾਨਵਰਾਂ ਨੂੰ ਖਾਣ ਲਈ ਦੇਵਾਂਗਾ। ਦਾਊਦ ਨੇ ਉੱਤਰ ਦਿੱਤਾ, ਤੂੰ ਮੇਰੇ ਕੋਲ ਤਲਵਾਰ, ਬਰਛਾ ਅਤੇ ਢਾਲ ਲੈ ਕੇ ਆਇਆ ਹੈ, ਪਰ ਮੈਂ ਤੇਰੇ ਕੋਲ ਸਰਵਸ਼ਕਤੀਮਾਨ ਪ੍ਰਭੂ ਦੇ ਨਾਂ ਨਾਲ, ਜੋ ਇਸਰਾਇਲੀ ਸੈਨਾ ਦਾ ਅਸਲੀ ਸੈਨਾਪਤੀ ਹੈ, ਆਇਆ ਹਾਂ। ਤੂੰ ਉਸ ਦੇ ਨਾਂ ਦੀ ਨਿੰਦਾ ਕੀਤੀ ਹੈ। ਅੱਜ ਪ੍ਰਭੂ ਤੈਨੂੰ ਮੇਰੇ ਹੱਥੀਂ ਸੌਂਪ ਦੇਵੇਗਾ। ਤਦ ਮੈਂ ਫਲਿਸਤੀ ਸੈਨਾ ਦੇ ਸਰੀਰ, ਪੰਛੀਆਂ ਅਤੇ ਜਾਨਵਰਾਂ ਨੂੰ ਖਾਣ ਲਈ ਦੇਵਾਂਗਾ। ਇਸ ਤੋਂ ਸਾਰਾ ਸੰਸਾਰ ਜਾਣ ਜਾਏਗਾ ਕਿ ਇਸਰਾਇਲ ਦਾ ਇੱਕ ਪਰਮੇਸ਼ਵਰ ਹੈ। ਇਸ ਤੋਂ ਹਰ ਕੋਈ ਇਹ ਵੀ ਜਾਣ ਜਾਏਗਾ ਕਿ ਪ੍ਰਭੂ ਆਪਣੇ ਲੋਕਾਂ ਦੇ ਬਚਾਅ ਲਈ ਤਲਵਾਰ ਜਾਂ ਬਰਛੇ ਨਾਲ ਨਹੀਂ ਲੜਦਾ ਹੈ। ਉਹੀ ਜੰਗ ਵਿੱਚ ਮਹਾਜੇਤੂ ਹੈ। ਇਸ ਲਈ ਉਹ ਅੱਜ ਤੈਨੂੰ ਸਾਡੇ ਹੱਥੀਂ ਸੌਂਪ ਦੇਵੇਗਾ। ਤਦ ਗੋਲੀਅਤ ਅੱਗੇ ਦਾਊਦ ਵੱਲ ਜਾਣ ਲੱਗਾ ਤਾਂ ਦਾਊਦ ਤੁਰੰਤ ਫਲਿਸਤੀ ਸੈਨਾ ਵੱਲ ਲੜਨ ਲਈ ਦੌੜਿਆ। ਉਸਨੇ ਆਪਣੇ ਥੈਲੇ ਵਿੱਚ ਹੱਥ ਪਾ ਕੇ ਇੱਕ ਪੱਥਰ ਕੱਢ ਕੇ ਆਪਣੇ ਗੋਪੀਏ ਵੱਲ ਰੱਖ ਕੇ ਨਿਸ਼ਾਨਾ ਲਾ ਕੇ ਗੋਲੀਅਤ ਦੇ ਮੱਥੇ ਵਿੱਚ ਮਾਰਿਆ। ਪੱਥਰ ਗੋਲੀਅਤ ਦੇ ਮੱਥੇ ਵਿੱਚ ਅੰਦਰ ਖੁੱਭ ਗਿਆ ਅਤੇ ਉਹ ਧਰਤੀ ਉੱਤੇ ਡਿੱਗ ਪਿਆ। ਇਸ ਤਰ੍ਹਾਂ ਦਾਊਦ ਨੇ ਬਿਨਾਂ ਹੱਥ ਵਿੱਚ ਤਲਵਾਰ ਲਿਆ ਹੀ ਗੋਲੀਅਤ ਨੂੰ ਆਪਣੇ ਗੋਪੀਏ ਅਤੇ ਇੱਕ ਪੱਥਰ ਨਾਲ ਮਾਰ ਦਿੱਤਾ। ਫਿਰ ਦਾਊਦ ਦੌੜ ਕੇ ਗਿਆ ਅਤੇ ਗੋਲੀਅਤ ਦੇ ਸਿਰ ਉੱਤੇ ਖੜਾ ਹੋ ਗਿਆ ਅਤੇ ਉਸ ਦੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਉਸ ਦਾ ਸਿਰ ਤੜ ਨਾਲੋਂ ਵੱਖ ਕਰ ਦਿੱਤਾ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। तू मेरी पाना है, सो तू है
ਆਫਤ ਆਵੇਗੀ ਤਾਂ ਪਾਲੀ ਤੇਰੇ ਡੇਰੇ ਵਿੱਚ ਨਾ ਕਦੀ ਜਾਵੇਗੀ ਤਾਂ ਪਾਲੀ ਤੇਰੇ ਡੇਰੇ ਵਿੱਚ ਨਾ कभी जावेगी या रब तू मेरी पाना है सो तू है मेरी जान खुदा बंदे दे विच रहंदी है ओ तेरा है मकान। सृष्टि के मालिक तुम ही हो, सारी सृष्टि के रक्षक तुम ही हो। करते हैं तुझको सादर प्रणाम, गाते हैं तेरे ही गुणगान। सारी सृष्टि के मालिक तुम ही हो, सारी सृष्टि के रक्षक तुम ही हो। करते हैं तुझको सादर प्रणाम, गाते हैं तेरे ही गुणगान। हालेलुया, 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 आमीन। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸਨ ਮਰਕੁਸ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਹੈ ਪ੍ਰਭੂ। ਉਸ ਦਾ 3 ਅਧਿਆਇ 1 ਤੋਂ 6 ਆਇਤ। ਉਹ ਫਿਰ ਸਿਨਗੋਗ ਵਿੱਚ ਦਾਖਲ ਹੋਇਆ। ਉੱਥੇ ਇੱਕ ਆਦਮੀ ਸੀ ਜਿਸ ਦਾ ਇੱਕ ਹੱਥ ਸੁੱਕਾ ਹੋਇਆ ਸੀ। ਲੋਕਾਂ ਨੇ ਯਿਸੂ ਤੇ ਨਜ਼ਰ ਰੱਖੀ ਹੋਈ ਸੀ, ਇਹ ਵੇਖਣ ਲਈ ਕਿ ਸਬਤ ਦੇ ਦਿਨ ਉਹ ਉਸ ਨੂੰ ਚੰਗਾ ਕਰਦਾ ਹੈ ਜਾਂ ਨਹੀਂ, ਤਾਂ ਜੋ ਉਹ ਉਸ ਉੱਤੇ ਦੋਸ਼ ਲਾ ਸਕਣ। ਉਸਨੇ ਸੁੱਕੇ ਹੋਏ ਹੱਥ ਵਾਲੇ ਆਦਮੀ ਨੂੰ ਕਿਹਾ, ਉਰਾਂ ਆ। ਫਿਰ ਉਸਨੇ ਲੋਕਾਂ ਨੂੰ ਕਿਹਾ, ਸਬਤ ਦੇ ਦਿਨ ਭਲਾਈ ਕਰਨਾ ਜਾਇਜ਼ ਹੈ ਜਾਂ ਹਾਨੀ ਕਰਨਾ, ਜਾਨ ਬਚਾਉਣਾ ਜਾਂ ਜਾਨ ਗਵਾਉਣਾ। ਪਰ ਉਹ ਸਾਰੇ ਚੁੱਪ ਰਹੇ। ਉਹਨਾਂ ਦੀ ਦਿਲਾਂ ਦੀ ਕਠੋਰਤਾ ਕਾਰਨ ਦੁਖੀ ਹੋ ਕੇ ਯਿਸੂ ਨੇ ਗੁੱਸੇ ਨਾਲ ਉਹਨਾਂ ਵੱਲ ਵੇਖਿਆ ਅਤੇ ਉਸ ਆਦਮੀ ਨੂੰ ਕਿਹਾ, ਆਪਣਾ ਹੱਥ ਅੱਗੇ ਵਧਾ। ਉਸਨੇ ਹੱਥ ਅੱਗੇ ਵਧਾਇਆ ਅਤੇ ਉਸਦਾ ਹੱਥ ਚੰਗਾ ਹੋ ਗਿਆ। ਫਰੀਸੀ ਬਾਹਰ ਚਲੇ ਗਏ ਅਤੇ ਤੁਰੰਤ ਹੈਰੋਦੀਆਂ ਨਾਲ ਮਿਲ ਕੇ ਉਸ ਦੇ ਖਿਲਾਫ ਸਾਜ਼ਿਸ਼ ਕਰਨ ਲੱਗੇ ਕਿ ਕਿਸ ਤਰ੍ਹਾਂ ਉਸ ਨੂੰ ਨਾਸ਼ ਕੀਤਾ ਜਾਵੇ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਪਿਆਰੇ ਭੈਣਾਂ ਤੇ ਭਰਾਓ, ਅਸੀਂ ਖੁਦਾ ਦਾ ਧੰਨਵਾਦ ਕਰੀਏ। ਖੁਦਾ ਨੇ ਸਾਨੂੰ ਇੱਕ ਹੋਰ ਦਿਨ ਬਖਸ਼ਿਆ, ਇੱਕ ਹੋਰ ਮੌਕਾ ਬਖਸ਼ਿਆ ਹੈ ਕਿ ਅਸੀਂ ਉਸ ਦੇ ਵਚਨ ਨੂੰ ਸੁਣ ਸਕੀਏ, ਅਸੀਂ ਪ੍ਰਾਰਥਨਾ ਵਿੱਚ ਹਿੱਸਾ ਲੈ ਸਕੀਏ। ਅੱਜ ਦੇ ਪਹਿਲੇ ਪਾਠ ਵਿੱਚ ਅਸੀਂ ਸੁਣਿਆ ਕਿ ਦਾਊਦ ਪ੍ਰਭੂ ਦੇ ਨਾਮ ਉੱਤੇ
ਫਿਲਿਸਤੀਨੀਆਂ ਨਾਲ ਲੜਨ ਲਈ ਆਉਂਦਾ ਹੈ। ਉਸ ਨੂੰ ਭੇਜਣ ਤੋਂ ਪਹਿਲਾਂ ਸਾਊਲ ਜੋ ਕਿ ਇਸਰਾਏਲੀਆਂ ਦਾ ਰਾਜਾ ਹੈ ਤੇ ਉਸ ਦੇ ਨਾਲ ਹੋਰ ਵੀ ਇਸਰਾਏਲੀ ਇਸ ਗੱਲ ਉੱਤੇ ਸ਼ੱਕ ਕਰਦੇ ਹਨ ਕਿ ਦਾਊਦ ਫਿਲਿਸਤੀਨੀਆਂ ਦਾ ਇਕੱਲੇ ਹੀ ਸਾਹਮਣਾ ਨਹੀਂ ਕਰ ਸਕਦਾ। ਪਰ ਦਾਊਦ ਉਹਨਾਂ ਨੂੰ ਇਹ ਕਹਿੰਦਾ ਹੈ ਕਿ ਖੁਦਾ ਨੇ ਉਸ ਨੂੰ ਕਈ ਵਾਰੀ ਸ਼ੇਰਾਂ ਅਤੇ ਜੰਗਲੀ ਜਾਨਵਰਾਂ ਤੋਂ ਬਚਾਇਆ ਹੈ। ਜੇਕਰ ਉਹ ਇਸ ਤਰ੍ਹਾਂ ਕਰ ਸਕਦਾ ਹੈ ਤਾਂ ਖੁਦਾ ਦਾਊਦ ਨੂੰ ਉਹਨਾਂ ਦੇ ਦੁਸ਼ਮਣਾਂ ਤੋਂ ਵੀ ਬਚਾ ਸਕਦਾ ਹੈ। ਯਾਨੀ ਕਿ ਦਾਊਦ ਦਾ ਖੁਦਾ ਉੱਤੇ ਪੂਰਾ ਭਰੋਸਾ ਹੈ, ਉਹ ਖੁਦਾ ਉੱਤੇ ਪੂਰਾ ਵਿਸ਼ਵਾਸ ਰੱਖਦਾ ਹੈ। ਇਸ ਕਰਕੇ ਉਹ ਫਿਲਿਸਤੀਨੀਆਂ, ਉਹਨਾਂ ਦੇ ਫੌਜੀਆਂ ਜਾਂ ਫਿਰ ਉਹਨਾਂ ਦੇ ਸਿਪਾਹੀਆਂ ਤੋਂ ਨਹੀਂ ਡਰਦਾ। ਇੱਥੋਂ ਤੱਕ ਕਿ ਉਹ ਗੋਲੀਅਤ ਤੋਂ ਵੀ ਨਹੀਂ ਡਰਦਾ, ਜੋ ਫਿਲਿਸਤੀਨੀਆਂ ਦੀ ਫੌਜ ਦਾ ਸਭ ਤੋਂ ਤਾਕਤਵਰ ਸਿਪਾਹੀ ਹੁੰਦਾ ਹੈ। ਹੁਣ ਜਦੋਂ ਇਹ ਖੁਦਾ ਦੇ ਨਾਂ ਉੱਤੇ ਉਸ ਦਾ ਸਾਹਮਣਾ ਕਰਨ ਲਈ ਜਾਂਦਾ ਹੈ ਤਾਂ ਠੀਕ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਉਸਨੇ ਸ਼ੇਰਾਂ ਅਤੇ ਬਾਕੀ ਜੰਗਲੀ ਜਾਨਵਰਾਂ ਦਾ ਸਾਹਮਣਾ ਕੀਤਾ ਹੁੰਦਾ ਹੈ, ਇਸ ਫਿਲਿਸਤੀਨੀ ਗੋਲੀਅਤ ਦਾ ਵੀ ਸਾਹਮਣਾ ਕਰਦਾ ਹੈ ਤੇ ਆਪਣੇ ਇੱਕ ਹੀ ਵਾਰ ਨਾਲ ਉਸ ਨੂੰ ਜ਼ਮੀਨ ਤੇ ਥੱਲੇ ਸੁੱਟ ਦਿੰਦਾ ਹੈ। ਇਸ ਤਰੀਕੇ ਨਾਲ ਅਸੀਂ ਵੇਖਦੇ ਹਾਂ ਕਿ ਦਾਊਦ ਉਸ ਫਿਲਿਸਤੀਨੀ ਨੂੰ ਮਾਰ ਕੇ ਪ੍ਰਭੂ ਦੇ ਨਾਂ ਦੀ ਮਹਿਮਾ ਕਰਦਾ ਹੈ। ਉਸ ਨੂੰ ਆਪਣੇ ਪ੍ਰਭੂ ਤੇ ਪੂਰਾ ਭਰੋਸਾ ਹੁੰਦਾ ਹੈ। ਇਸੇ ਕਰਕੇ ਆਪਣੇ ਵਿਸ਼ਵਾਸ ਦੇ ਕਾਰਨ ਉਸ ਨੂੰ ਜਿੱਤ ਪ੍ਰਾਪਤ ਹੁੰਦੀ ਹੈ। ਸਿਰਫ ਇਹੀ ਨਹੀਂ, ਕਲੀਸਿਆ ਦੇ ਇਤਿਹਾਸ ਵਿੱਚ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਜਦੋਂ ਵੀ ਖੁਦਾ ਦੇ ਨਾਂ ਉੱਤੇ ਵੈਰੀਆਂ ਦਾ ਸਾਹਮਣਾ ਕਰਨ ਦੀ ਲੋੜ ਪਈ ਤਾਂ ਖੁਦਾ ਨੇ ਆਪਣੇ ਲੋਕਾਂ ਦੀ ਮਦਦ ਕੀਤੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਕਤੂਬਰ ਮਹੀਨੇ ਦੇ 7 ਤਰੀਕ ਨੂੰ 1571 ਵਿੱਚ ਇੱਕ ਬਹੁਤ ਹੀ ਵੱਡੀ ਜੰਗ ਹੋਈ ਤੁਰਕਸਤਾਨੀਆਂ ਅਤੇ ਯੂਰਪ ਦੇ ਸਿਪਾਹੀਆਂ ਦੇ ਵਿੱਚ। ਯੂਰਪ ਦੀ ਅਗਵਾਈ ਕਰਨ ਵਾਲੇ ਉਸ ਸਮੇਂ ਜੋ ਸਿਪਾਹੀ ਸਨ, ਉਹਨਾਂ ਨੂੰ ਉਸ ਸਮੇਂ ਦੇ ਮੌਜੂਦਾ ਪੋਪ ਨੇ ਖਾਸ ਬਰਕਤ ਦੇ ਕੇ ਉਹਨਾਂ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਭੇਜਿਆ ਸੀ। ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਰੋਜ਼ੀ ਮਾਲਾ ਦਾ ਜਾਪ ਕੀਤਾ ਤੇ ਫਿਰ ਜਦੋਂ ਉਹਨਾਂ ਦੀ ਲੜਾਈ ਹੋਈ ਤਾਂ ਉਸ ਜੰਗ ਦੇ ਵਿੱਚ ਉਹਨਾਂ ਨੂੰ ਜਿੱਤ ਹਾਸਲ ਹੋਈ। ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹਨ, ਯਾਨੀ ਕਿ ਖੁਦਾ ਆਪਣੇ ਨਾਂ ਦੇ ਕਾਰਨ ਸਾਡੀ ਮਦਦ ਕਰਦਾ ਹੈ, ਆਪਣੇ ਨਾਂ ਦੇ ਕਾਰਨ ਸਾਡੀ ਸਹਾਇਤਾ ਕਰਦਾ ਹੈ, ਦੇਖਭਾਲ ਕਰਦਾ ਹੈ, ਰੱਖਿਆ ਕਰਦਾ ਹੈ। ਇਸ ਲਈ ਸਾਡਾ ਸਾਰਿਆਂ ਦਾ ਖੁਦਾ ਦੇ ਉੱਤੇ ਪੂਰਨ ਭਰੋਸਾ ਹੋਣਾ ਚਾਹੀਦਾ ਹੈ ਕਿ ਜਦੋਂ ਅਸੀਂ ਉਸ ਦਾ ਨਾਮ ਪੁਕਾਰਦੇ ਹਾਂ, ਭਾਵੇਂ ਸਾਡੇ ਵਿੱਚ ਬਿਮਾਰੀਆਂ ਹੋਣ ਉਹ ਦੂਰ ਹੋ ਜਾਣਗੀਆਂ, ਭਾਵੇਂ ਸਾਡੇ ਵਿੱਚ ਦੁੱਖ ਹਨ, ਪਰੇਸ਼ਾਨੀਆਂ ਹਨ, ਮੁਸੀਬਤਾਂ ਹਨ, ਉਸ ਤੋਂ ਅਸੀਂ ਨਿਜਾਤ ਜਾਂ ਛੁਟਕਾਰਾ ਹਾਸਲ ਕਰ ਸਕਦੇ ਹਾਂ। ਜੇਕਰ ਸਾਡੇ ਵਿੱਚ ਇਹ ਵਿਸ਼ਵਾਸ ਹੈ ਤਾਂ ਹੀ ਇਹ ਸਭ ਕੁਝ ਸੰਭਵ ਹੁੰਦਾ ਹੈ। ਆਓ ਅਸੀਂ ਖਾਸ ਤੌਰ 'ਤੇ ਅੱਜ ਬਿਮਾਰ ਭੈਣਾਂ ਭਰਾਵਾਂ ਲਈ ਪ੍ਰਾਰਥਨਾ ਕਰੀਏ। ਪ੍ਰਭੂ ਦੇ ਨਾਂ ਦੀ ਮੰਗ ਕਰਦੇ ਹੋਏ ਪ੍ਰਭੂ ਦੇ ਨਾਂ ਉੱਤੇ ਉਹਨਾਂ ਸਾਰੇ ਬਿਮਾਰ ਭੈਣਾਂ ਭਰਾਵਾਂ ਲਈ ਪ੍ਰਾਰਥਨਾ ਕਰੀਏ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਧੰਨਵਾਦ ਕਰਦੇ ਹਾਂ ਇਸ ਦਿਨ ਦੇ ਲਈ, ਅਤੇ ਖਾਸ ਤੌਰ 'ਤੇ ਅਸੀਂ ਸਾਰੇ ਬਿਮਾਰ ਭੈਣਾਂ ਭਰਾਵਾਂ ਲਈ ਪ੍ਰਾਰਥਨਾ ਕਰਦੇ ਹਾਂ ਜਿਹੜੇ ਕਿਸੇ ਵੀ ਬਿਮਾਰੀ ਨਾਲ ਪੀੜਿਤ ਹਨ। ਹੈ ਪਿਤਾ ਪਰਮੇਸ਼ਵਰ, ਆਪਣੀ ਦਇਆ ਵਿੱਚ ਉਹਨਾਂ ਨੇ ਕੀਤੇ ਸਾਰੇ ਗਲਤੀਆਂ ਗੁਨਾਹ ਮਾਫ ਕਰੋ ਅਤੇ ਉਹਨਾਂ ਨੂੰ ਆਪਣੇ ਪਵਿੱਤਰ ਹੱਥਾਂ ਛੂਹ ਕੇ ਚੰਗੀ ਸਿਹਤ ਅਤੇ ਤੰਦਰੁਸਤੀ ਪ੍ਰਦਾਨ ਕਰੋ। ਅਸੀਂ ਇਹ ਮੰਗਦੇ ਹਾਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ, ਆਮੀਨ। खुदा में देवा बलिदान,
ਜਦੋਂ ਯਾਦ ਕਰਾਂ। ਤਾਰੀਫ ਦਾ ਮੈਂ ਦੇਵਾਂ ਬਲੀਦਾਨ, ਭਲੇ ਆਇਆ ਜਦੋਂ ਯਾਦ ਕਰਾਂ। ਰਿਹਾ ਗੁਜ਼ਰੇ ਦਿਨਾਂ ਵਿੱਚ ਮੇਰੇ ਨਾਲ, ਬਿਆਬਾਨ ਦੇ ਵਿੱਚ ਲਈ ਮੇਰੀ ਸਾਰ। ਰਿਹਾ ਗੁਜ਼ਰੇ ਦਿਨਾਂ ਵਿੱਚ ਮੇਰੇ ਨਾਲ, ਬਿਆਬਾਨ ਦੇ ਵਿੱਚ ਲਈ ਮੇਰੀ ਸਾਰ। ਮੈਂ ਸਾ ਹੋਇਆ ਬੇਵਫਾ, ਨਾ ਹੋਇਆ ਬੇਵਫਾ, ਮੈਂ ਸਾ ਹੋਇਆ ਬੇਵਫਾ, ਨਾ ਹੋਇਆ ਬੇਵਫਾ। ਮੇਰੀ ਰਾਹਾਂ ਵਿੱਚ ਰਿਹਾ ਨਿਗਾਬਾਨ, ਭਲੇ ਆਇਆ ਜਦੋਂ ਯਾਦ ਕਰਾਂ। ਤਾਰੀਫ ਦਾ ਮੈਂ ਦੇਵਾਂ ਬਲੀਦਾਨ, ਭਲੇ ਆਇਆ ਜਦੋਂ ਯਾਦ ਕਰਾਂ। ਜਦੋਂ ਯਾਦ ਕਰਾਂ, ਭਲੇ ਆਇਆ ਜਦੋਂ ਯਾਦ ਕਰਾਂ। ਪ੍ਰਭੂ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੇ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਬਖਸ਼ ਦੇ ਕਿ ਅਸੀਂ ਲਾਇਕੀ ਨਾਲ ਇਹਨਾਂ ਭੇਦਾਂ ਵਿੱਚ ਹਿੱਸਾ ਲਈਏ, ਕਿਉਂ ਜੋ ਜਦ ਕਦੇ ਵੀ ਇਸ ਕੁਰਬਾਨੀ ਦੀ ਯਾਦਗਾਰੀ ਮਨਾਈ ਜਾਂਦੀ ਹੈ ਤਾਂ ਸਾਡੀ ਨਿਜਾਤ ਦਾ ਕੰਮ ਮੁਕੰਮਲ ਕੀਤਾ ਜਾਂਦਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀ ਦਾਤਾ ਅਤੇ ਨਿਜਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਧਾਰ ਕੇ ਕੁਆਰੀ ਮਰੀਮ ਤੋਂ ਜਨਮ ਲਿਆ। ਤੇਰੀ ਪਾਕ ਮਰਜ਼ੀ ਪੂਰੀ ਕਰ ਦਿਆ ਤੇਰੇ ਲਈ ਪਾਕ ਕੌਮ ਨੂੰ ਹਾਸਲ ਕਰਕੇ ਉਸ ਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ, ਤਾਂ ਜੋ ਉਹ ਮੌਤ ਦਾ ਨਾਸ਼ ਕਰੇ ਅਤੇ ਜੀ ਉੱਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਅਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਪੁਕਾਰਦੇ ਹਾਂ, ਪਾਕ ਪਾਕ ਪਾਕ, ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ਐ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਾਰਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੇ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ
ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੀ ਹੋਈ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा भेद। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੀ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚਾਹੁੰਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਵਿਸ਼ਵਾਸ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਹਤਾ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੇ ਦੇ ਮੁਬਾਰਕ ਵਸਨ ਯੂਸਫ ਦੇ ਨਾਲ, ਧੰਨ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ, ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਖੁਦਾ ਦਾ ਰਾਜ ਸਾਡੇ ਵਿੱਚ ਆਉਣ ਲਈ ਹੋਈ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾਓ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। क्यों जो राज कुदरत अते जलाल युगो युग तेरा ही है। ऐ प्रभु यीशु मसीह, आप अपने रसूलां नूं आख्या, मैं तुहानूं शांति दिंदा हां, अपनी शांति मैं तुहानूं प्रदान करदा हां। तू साडे गुनाहां नूं नहीं सगों अपनी कलीसिया दे ईमान नूं वेख अते उस नूं अपनी मर्जी मुताबक शांति अते एकता प्रदान कर। तू जो जिंदा ते राज करदा है सदा तो सदा तक। आमीन।
ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੀਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। मेरे कोल आ प्यारे शाफिया, नूरी चेहरे दी झलक विखा जा। मेरे कोल आ प्यारे शाफिया, नूरी चेहरे दी झलक विखा जा। बिन तेरे मैं चैन न पावा, रात दिने मैं तैनू बुलावा। बिन तेरे मैं चैन न पावा, रात दिने मैं तैनू बुलावा। तैनू बुलावा मेरे कोल आ प्यारे शाफिया, नूरी चेहरे दी झलक विखा जा। मेरे कोल आ प्यारे शाफिया, नूरी चेहरे दी झलक विखा जा। जो कोई आवे सो कोई पावे, दर तेरे तो खाली न जावे। जो कोई आवे सो कोई पावे, दर तेरे तो खाली न जावे। खाली न जावे मेरे कोल आ प्यारे शाफिया, नूरी चेहरे दी झलक विखा जा। मेरे कोल आ प्यारे शाफिया, नूरी चेहरे दी झलक विखा जा। नूरी चेहरे दी झलक विखा जा। नूरी चेहरे दी झलक विखा जा। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਆਪਣੇ ਪਿਆਰ ਦੀ ਰੂਹ ਸਾਡੇ ਉੱਤੇ ਡੋਲ ਦੇ ਅਤੇ ਜਿਨ੍ਹਾਂ ਨੂੰ ਤੂੰ ਇੱਕੋ ਹੀ ਜੀਵਨ ਦੀ ਰੋਟੀ ਨਾਲ ਰਜਾਇਆ ਹੈ, ਉਹਨਾਂ ਨੂੰ ਆਪਣੀ ਮਿਹਰ ਨਾਲ ਇੱਕੋ ਮਨ ਅਤੇ ਇੱਕੋ ਹੀ ਦਿਲ ਬਣਾ ਦੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਏਗੀ, ਮਸੀਹ ਦੀ ਸ਼ਾਂਤੀ ਵਿੱਚ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਪਹਿਲੇ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਆ, ਤੇਰੀ ਮਦਦ ਚਾਹੁੰਦੇ ਆ, ਤੇਰੀ ਸਿਫਾਰਿਸ਼ ਮੰਗਦੇ ਆ, ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸੀ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇਤਾਰੀ ਹੋਵੇ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ।
ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਹੈ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਹੈ। ਅਸੀਂ ਰੁਲਦੇ ਫਿਰਦੇ ਸਾਂ, ਅਸੀਂ ਰੁਲਦੇ ਫਿਰਦੇ ਸਾਂ ਤੇ ਹੁਣ ਸਾਨੂੰ ਯੀਸ਼ੂ ਮਿਲਿਆ ਹੈ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਹੈ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਹੈ। ਅਸੀਂ ਲੱਭਦੇ ਫਿਰਦੇ ਸਾਂ ਖੁਦਾ ਦੀਆਂ ਸੱਚੀਆਂ ਰਾਹਾਂ ਨੂੰ। ਅਸੀਂ ਲੱਭਦੇ ਫਿਰਦੇ ਸਾਂ ਖੁਦਾ ਦੀਆਂ ਸੱਚੀਆਂ ਰਾਹਾਂ ਨੂੰ। ਅਸੀਂ ਨਿਤ ਤਰਸਦੇ ਸਾਂ ਪਿਆਰ ਦੀਆਂ ਠੰਡੀਆਂ ਛਾਵਾਂ ਨੂੰ। ਅਸੀਂ ਨਿਤ ਤਰਸਦੇ ਸਾਂ ਪਿਆਰ ਦੀਆਂ ਠੰਡੀਆਂ ਛਾਵਾਂ ਨੂੰ, ਪਿਆਰ ਦੀਆਂ ਠੰਡੀਆਂ ਛਾਵਾਂ ਨੂੰ। ਸਾਨੂੰ ਸੱਚੀ ਜ਼ਿੰਦਗੀ ਦਾ ਯਿਸੂ ਨੇ ਰਸਤਾ ਦੱਸਿਆ ਏ। ਸਾਨੂੰ ਸੱਚੀ ਜ਼ਿੰਦਗੀ ਦਾ ਯਿਸੂ ਨੇ ਰਸਤਾ ਦੱਸਿਆ ਏ। ਅਸੀਂ ਰੁਲਦੇ ਫਿਰਦੇ ਸਾਂ, ਅਸੀਂ ਰੁਲਦੇ ਫਿਰਦੇ ਸਾਂ ਤੇ ਹੁਣ ਸਾਨੂੰ ਯਿਸੂ ਮਿਲਿਆ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਤੇ ਰੱਬ ਸਾਨੂੰ ਪਿਆਰ ਕਰਦਾ ਏ, ਤੇ ਰੱਬ ਸਾਨੂੰ ਪਿਆਰ ਕਰਦਾ ਏ।